प्यारे बच्चों, जिवें कि तुहानूं पता ही है, तुहाडा जिहड़ा पेपर है उहदे 4 भाग हुंदे ने। पहला है रीडिंग, दूसरा लिटरेचर, तीसरा राइटिंग, चौथा ग्रामर। पहला तुहाडा जिहड़ा रीडिंग पार्ट आउंदा है ਉਹਦੇ ਵਿੱਚ ਇੱਕ ਤੁਹਾਨੂੰ ਅਣਡਿੱਠਾ ਵਾਰਤਕ ਦਾ ਪੈਰਾ ਆਉਂਦਾ। ਵਾਰਤਕ ਦੇ ਵਿੱਚੋਂ ਕੁਐਸਚਨ ਆਨਸਰ ਲੱਭਣੇ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੇ। ਇੱਕ ਤੁਹਾਨੂੰ ਕਾਵਿ ਟੁਕੜੀ ਆਉਂਦੀ ਹੈ ਜਿਹਦੇ ਵਿੱਚੋਂ ਕੁਐਸਚਨ ਆਨਸਰ ਲੱਭਣੇ ਹੁੰਦੇ ਆ ਜਾਂ ਸ਼ਬਦਾਂ ਦੇ ਅਰਥ ਲਿਖਣੇ ਹੁੰਦੇ। ਪਿਛਲੇ 2 ਸਾਲਾਂ ਤੋਂ ਮੈਂ ਚੈੱਕ ਕਰ ਰਹੀ ਹਾਂ ਕਿ ਬੱਚਿਆਂ ਦੇ ਜ਼ਿਆਦਾਤਰ ਜਿਹੜੇ ਨੰਬਰ ਨੇ ਉਹ ਕਾਵਿ ਟੁਕੜੀ ਦੇ ਵਿੱਚੋਂ ਕੱਟੇ ਜਾਂਦੇ ਨੇ, ਕਿਉਂਕਿ ਬੱਚਿਆਂ ਨੂੰ ਕਾਵਿ ਟੁਕੜੀ ਦੇ ਸਰਲ ਅਰਥ ਨਹੀਂ ਪਤਾ ਹੁੰਦਾ। ਇਸ ਲਈ ਅੱਜ ਤੁਹਾਨੂੰ ਮੈਂ ਅਣਡਿੱਠੀ ਕਾਵਿ ਟੁਕੜੀ ਕਰਵਾਉਂਗੀ। ਸਾਰੇ ਬੱਚੇ ਧਿਆਨ ਨਾਲ ਇਹ ਕਾਵਿ ਟੁਕੜੀ ਕਰੋਗੇ ਅਤੇ ਤੁਹਾਡੀ ਗ੍ਰਾਮਰ ਬੁੱਕ ਦੇ ਵਿੱਚ ਕਈ ਸਾਰੇ ਪੈਰੇ ਦਿੱਤੇ ਹੋਏ ਨੇ ਅਭਿਆਸ ਲਈ। ਸਾਰੇ ਬੱਚੇ ਪ੍ਰੈਕਟਿਸ ਕਰੋਗੇ ਕਿ ਇੱਕ ਪੈਰਾ ਡੇਲੀ ਕਰਕੇ ਤੁਹਾਨੂੰ ਕਾਵਿ ਟੁਕੜੀ ਹੱਲ ਕਰਨੀ ਆ ਜਾਵੇ, ਇਹਦੇ ਵਿੱਚ ਤੁਹਾਡੇ ਨੰਬਰ ਨਾ ਕੱਟੇ ਜਾਣ। ਰੀਡਿੰਗ ਸਕਿੱਲ ਸਭ ਤੋਂ ਵਧੀਆ ਸਕਿੱਲ ਮੰਨਿਆ ਜਾਂਦਾ ਹੈ। हम काव्य टुकड़ी करांगे बेटे। खुरासान खसमाना किया हिंदुस्तान डराया, आपे दोषना देई करता जमकर मुगल चढ़ाया। एती मार पई कुरलाने तैं की दर्द न आया, करता तू सबना का सोई, जे सकता सकते को मारे ता मन रोस ना होई गो। ये काव्य टुकड़ी किस दी रचना है, किने लिखी हुई है यह काव्य टुकड़ी? शाबाश। एती मार पई करलाने गुरु नानक देव जी के लेख दे विच तुसीं यह लाइन बार बार लिखते हो, हर साल लिखते हो। एती मार पई करलाने यह जिहड़ी रचना श्री गुरु नानक देव जी की कीती हुई। इस काव्य टुकड़ी दे विच किहड़े मुगल बादशाह ने कित्थे हमला किया? ਇਹਦੇ ਬਾਰੇ ਬੇਟੇ ਜੇ ਤੁਹਾਨੂੰ ਇਸ ਕਾਵਿ ਟੁਕੜੀ ਦੇ ਸਰਲ ਅਰਥ ਆਉਂਦੇ ਹੋਣਗੇ ਤਾਂ ਇਹਨਾਂ ਕੁਐਸਚਨਾਂ ਦੇ ਤੁਸੀਂ ਭਲੇ ਭਾਂਤ ਆਨਸਰ ਦੇ ਦੋਗੇ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ। ਮੁਗਲ ਬਾਦਸ਼ਾਹ ਬਾਬਰ ਨੇ ਜੋ ਖੁਰਾਸਾਨ ਦਾ ਰਾਜਾ ਸੀ, ਖੁਰਾਸਾਨ ਈਰਾਨ ਦੇ ਪੂਰਬ ਵੱਲ ਅਤੇ ਅਫਗਾਨਿਸਤਾਨ ਦੇ ਪੱਛਮ ਵੱਲ ਇੱਕ ਦੇਸ਼ ਹੈ, ਉੱਥੋਂ ਦਾ ਰਾਜਾ ਸੀ। ਉਸਨੇ ਹਿੰਦੁਸਤਾਨ ਦੇ ਉੱਪਰ ਚੜ੍ਹਾਈ ਕੀਤੀ। ਹਿੰਦੁਸਤਾਨ ਡਰਾਇਆ ਮਤਲਬ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ। ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜ੍ਹਾਇਆ। ਇਸ ਲਾਈਨ ਦਾ ਅਰਥ ਹੈ ਕਿ ਜਿਹੜਾ ਬਾਬਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਕਿ ਆਪੇ ਦੋਸ਼ ਨਾ ਦੇਈ ਕਰਤਾ, ਇਹ ਉੱਥੋਂ ਦੀ ਜਨਤਾ ਨੂੰ, ਉੱਥੋਂ ਦੇ ਰਾਜਿਆਂ ਨੂੰ, ਉਹਨਾਂ ਦੇ ਕੰਮਾਂ ਦੀ, ਉਹਨੇ ਜਿਹੋ ਜਿਹੇ ਕਰਮ ਕਰਦੇ ਸੀ ਉਹਨਾਂ ਦਾ ਫਲ ਮਿਲਿਆ ਸੀ। ਸ਼ਾਇਦ ਪ੍ਰਮਾਤਮਾ ਨੇ ਬਾਬਰ ਨੂੰ ਇੱਕ ਜੰਮ ਦੇ ਰੂਪ ਉੱਪਰ ਭਾਰਤ 'ਤੇ ਚੜ੍ਹਾਈ ਕਰਨ ਲਈ ਭੇਜਿਆ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਬਾਬਰ ਨੇ ਭਾਰਤ ਦੇ ਉੱਪਰ ਜਿਸ ਸਮੇਂ ਹਮਲਾ ਕੀਤਾ ਤਾਂ ਨਿਰਦੋਸ਼ਾਂ ਦਾ ਬਹੁਤ ਜ਼ਿਆਦਾ ਘਾਣ ਕੀਤਾ ਗਿਆ, ਬਹੁਤ ਕਤਲੇਆਮ ਹੋਇਆ, ਲੁੱਟਾਂ ਖੋਹਾਂ ਹੋਈਆਂ, ਧੀਆਂ ਦੀ ਇੱਜ਼ਤ ਲੁੱਟੀ ਗਈ, ਔਰਤਾਂ ਦੀ ਬੇਪਤੀ ਕੀਤੀ ਗਈ। ਇਹ ਸਾਰਾ ਕੁਝ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਉਲਾਂਭਾ ਦਿੰਦੇ ਹੋਏ ਇਸ ਰਚਨਾ ਦੀ ਰਚਨਾ ਕੀਤੀ। ਪਰਮਾਤਮਾ ਨੂੰ ਉਲਾਂਭਾ ਦਿੱਤਾ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਕਿ ਭਾਰਤ ਦੀ ਧਰਤੀ ਦੇ ਉੱਪਰ ਜਦੋਂ ਬਾਬਰ ਨੇ ਹਮਲਾ ਕੀਤਾ, ਭਾਰਤ ਦੇ ਨਿਰਦੋਸ਼ ਜਨਤਾ ਦੀ ਜੋ ਬੇਪਤੀ ਹੋਈ, ਲੁੱਟ-ਖੋਹ ਹੋਈ, ਮਾਰ-ਧਾੜ ਹੋਈ, ਇੰਨਾ ਕੁਝ ਦੇਖ ਕੇ ਕੀ ਤੈਨੂੰ ਦਰਦ ਨਹੀਂ ਆਇਆ, ਤੈਨੂੰ ਕੋਈ ਦੁੱਖ ਨਹੀਂ ਹੋਇਆ? ਕਰਤਾ ਤੂੰ ਸਭਨਾ ਕਾ ਸੋਈ, ਤੂੰ ਤਾਂ ਸਭ ਕੁਝ ਕਰਨ ਕਰਾਵਨਹਾਰ ਹੈ, ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਜੇ ਸਕਤਾ ਸਕਤੇ ਕੋ ਮਾਰੇ, ਜੇ ਇੱਕ ਸ਼ਕਤੀਸ਼ਾਲੀ ਵਿਅਕਤੀ ਕਿਸੇ ਦੂਸਰੇ ਸ਼ਕਤੀਸ਼ਾਲੀ ਵਿਅਕਤੀ ਦੇ ਨਾਲ ਮੁਕਾਬਲਾ ਕਰੇ ਤਾਂ ਮਨ ਰੋਸ ਨਾ ਹੋਈ, ਤਾਂ ਸਾਡੇ ਮਨ ਦੇ ਵਿੱਚ ਕੋਈ ਰੋਸ ਜਾਂ ਕੋਈ ਸ਼ਿਕਵਾ ਨਹੀਂ ਹੁੰਦਾ। ਪਰ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਉਲਾਂਭਾ ਕਿਉਂ ਦਿੱਤਾ? ਕਿਉਂਕਿ ਬਾਬਰ ਬਹੁਤ ਸ਼ਕਤੀਸ਼ਾਲੀ ਸੀ ਅਤੇ ਭਾਰਤ ਦੀ ਜਿਹੜੀ ਜਨਤਾ ਉਹ ਬਹੁਤ ਜ਼ਿਆਦਾ ਨਿਰਦੋਸ਼, ਕਮਜ਼ੋਰ, ਨਿਰਬਲ ਸੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਹਿਰਦਾ ਪੀੜ ਨਾਲ ਪਸੀਜਿਆ ਗਿਆ ਅਤੇ ਪਰਮਾਤਮਾ ਨੂੰ ਉਲਾਂਭਾ ਦਿੰਦੇ ਹੋਏ ਉਹਨਾਂ ਨੇ ਇਸ ਬਾਣੀ ਦੀ ਰਚਨਾ ਕੀਤੀ।
ਹੁਣ ਤੁਸੀਂ ਕੁਐਸਚਨ ਦਾ ਆਨਸਰ ਆ ਜਿਹੜਾ ਭਲੇ ਭਾਂਤੀ ਦੇ ਦੋਗੇ। ਕਿਹੜੇ ਮੁਗਲ ਬਾਦਸ਼ਾਹ ਨੇ ਕਿੱਥੇ ਹਮਲਾ ਕੀਤਾ? ਕਿਹੜਾ ਮੁਗਲ ਬਾਦਸ਼ਾਹ ਸੀ ਬਈ? ਮੁਗਲ ਬਾਦਸ਼ਾਹ ਬਾਬਰ ਨੇ ਕਿੱਥੇ ਹਮਲਾ ਕੀਤਾ ਸੀ? ਹਿੰਦੁਸਤਾਨ 'ਤੇ, ਭਾਰਤ ਦੇ ਉੱਪਰ। ਏਤੀ ਮਾਰ ਪਈ ਕੁਰਲਾਣੇ ਤਾਈਂ ਕੀ ਦਰਦ ਨਾ ਆਇਆ, ਤੁਕ ਦਾ ਕੀ ਭਾਵ ਹੈ? ਕੀ ਅਰਥ ਹੈ ਇਹਦਾ? ਇਸ ਤੁਕ ਦਾ ਭਾਵ ਹੈ ਕਿ ਬਾਬਰ ਦੇ ਹਮਲੇ ਨਾਲ ਨਿਰਦੋਸ਼ ਲੋਕਾਂ 'ਤੇ ਇੰਨਾ ਜ਼ਿਆਦਾ ਜ਼ੁਲਮ ਹੋਇਆ ਕਿ ਸਾਰੇ ਲੋਕ ਤਰਾਹ-ਤਰਾਹ ਕਰ ਉੱਠੇ। ਇਸ ਦ੍ਰਿਸ਼ ਨੂੰ ਦੇਖ ਕੇ ਹਰ ਕਿਸੇ ਨੂੰ ਕੰਬਣੀ ਛਿੜਦੀ ਸੀ। ਕੀ ਪਰਮਾਤਮਾ ਤੈਨੂੰ ਇਸ ਦਾ ਅਹਿਸਾਸ ਨਹੀਂ ਹੋਇਆ? ਅਗਲਾ ਕੁਐਸਚਨ ਆ ਬਈ, ਇਸ ਜ਼ੁਲਮ ਸੰਬੰਧੀ ਕਿਹੜੀ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਬਾਬਰ ਨੇ ਭਾਰਤ ਦੇ ਉੱਪਰ ਜ਼ੁਲਮ ਕੀ ਕੀਤਾ, ਕਿਉਂ ਕੀਤਾ? ਇਹਦੀ ਦਲੀਲ ਕੀ ਹੈ? ਦਲੀਲ ਦਿੱਤੀ ਜਾਂਦੀ ਹੈ ਕਿ ਇਸ ਜ਼ੁਲਮ ਸੰਬੰਧੀ ਇੱਕ ਤਾਂ ਇਹ ਕਿਹਾ ਗਿਆ ਹੈ ਕਿ ਲੋਕਾਂ ਦੇ ਆਪਣੇ ਬੁਰੇ ਕਰਮ ਦੀ ਇਸ ਸਜ਼ਾ ਦੇ ਹੱਕਦਾਰ ਸਨ, ਕਿਉਂਕਿ ਜੋ ਲੋਕ ਆਪਣੇ ਫਰਜ਼ਾਂ ਨੂੰ ਭੁੱਲ ਕੇ ਰਾਜੇ ਰੰਗਰਲੀਆਂ ਮਨਾਉਣ ਦੇ ਵਿੱਚ ਪੈ ਗਏ, ਜੋ ਜਨਤਾ ਦੇ ਸੇਵਕ ਹਨ, ਉਹਨਾਂ ਨੇ ਪਰਮਾਤਮਾ ਨੂੰ ਮਨਾਂ ਤੋਂ ਵਿਸਾਰ ਦਿੱਤਾ, ਤਾਂ ਅਜਿਹਾ ਕੁਝ ਹੀ ਹੁੰਦਾ ਹੈ। ਦੂਜਾ ਕਾਰਨ, ਪਰਮਾਤਮਾ ਹੀ ਸਭ ਕੁਝ ਕਰਨ ਕਰਾਵਨਹਾਰ ਹੈ, ਪਰ ਜੇ ਇੱਕ ਸ਼ਕਤੀਸ਼ਾਲੀ ਦੂਜੇ ਸ਼ਕਤੀਸ਼ਾਲੀ ਨੂੰ ਮਾਰੇ ਤਾਂ ਮਨ ਦੇ ਵਿੱਚ ਕੋਈ ਰੋਸ ਨਹੀਂ ਹੁੰਦਾ। ਪਰ ਇੱਥੇ ਬਾਬਰ ਬੇਹੱਦ ਸ਼ਕਤੀਸ਼ਾਲੀ ਬਾਦਸ਼ਾਹ ਹੈ ਅਤੇ ਉਸਨੇ ਚੜ੍ਹਾਈ ਹਿੰਦੁਸਤਾਨ ਦੀ ਕਮਜ਼ੋਰ ਜਨਤਾ ਦੇ ਉੱਪਰ ਕੀਤੀ ਹੈ, ਮਾਰ-ਧਾੜ ਕਮਜ਼ੋਰ ਜਨਤਾ 'ਤੇ ਕੀਤੀ ਹੈ। ਅਤੇ ਇਹ ਦੋ ਦਲੀਲਾਂ ਦਿੱਤੀਆਂ ਜਾਂਦੀਆਂ ਹਨ। ਇਹ ਪੈਰਾ ਬੇਟੇ 6 ਨੰਬਰ ਦਾ ਆਉਂਦਾ। ਹਰੇਕ ਕੁਐਸਚਨ 2-2 ਨੰਬਰ ਦਾ ਹੁੰਦਾ। ਇਹਦੇ ਵਿੱਚ 3 ਕੁਐਸਚਨ ਪੁੱਛੇ ਜਾਂਦੇ ਨੇ। ਕਈ ਪੈਰਿਆਂ ਦੇ ਵਿੱਚ 3 ਸਵਾਲਾਂ ਦੇ ਜਵਾਬ, ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਨੇ। ਕਈ ਕਾਵਿ ਟੁਕੜੀਆਂ ਦੇ ਵਿੱਚ ਜਿਵੇਂ ਪਹਿਲੇ 2 ਪ੍ਰਸ਼ਨਾਂ ਦੇ ਉੱਤਰ ਹੋ ਗਏ ਅਤੇ ਤੀਸਰੇ ਦੇ ਵਿੱਚ ਸ਼ਬਦਾਂ ਦੇ ਅਰਥ ਪੁੱਛੇ ਜਾ ਸਕਦੇ ਨੇ, ਜਿਵੇਂ ਖੁਰਾਸਾਨ ਕਿੱਥੇ ਹੈ, ਠੀਕ ਹੈ, ਅਤੇ ਕੁਰਲਾਣੇ ਦਾ ਕੀ ਅਰਥ ਹੈ, ਸਕਤਾ ਕਿਹਨੂੰ ਕਿਹਾ ਗਿਆ ਹੈ। ਇਸ ਤਰ੍ਹਾਂ ਸ਼ਬਦਾਂ ਦੇ ਅਰਥ ਵੀ ਪੁੱਛੇ ਜਾ ਸਕਦੇ ਨੇ। ਸਾਰੇ ਬੱਚੇ ਆਪਣੀ ਗ੍ਰਾਮਰ ਬੁੱਕ ਦੇ ਵਿੱਚੋਂ ਅਣਡਿੱਠੀ ਕਾਵਿ ਟੁਕੜੀ ਦਾ ਵੱਧ ਤੋਂ ਵੱਧ ਅਭਿਆਸ ਕਰੋਗੇ। ਅਗਰ ਕੋਈ ਵੀ ਅਭਿਆਸ ਕਰਦੇ ਸਮੇਂ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਆਪਣੀ ਅਗਲੇ ਡਾਊਟ ਸੈਸ਼ਨ ਦੇ ਵਿੱਚ ਆਪਣੇ ਜਿਹੜੇ ਡਾਊਟ ਨੇ ਉਹ ਕਲੀਅਰ ਕਰੋਗੇ। ਧੰਨਵਾਦ।